ਭਾਰਤ ਆਏ ਯੂਕੇ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਮੌਕੇ ਉਹਨਾਂ ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਦੇ ਜੋ ਅਹਿਮ ਮੁੱਦੇ ਨੇ ਉਹਨਾਂ ਤੇ ਵੀ ਗੱਲ ਕੀਤੀ ਹੈ। ਯੂਕੇ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਗੱਲ ਕਰਦੇ ਦੱਸਿਆ ਕਿ ਉਹਨਾਂ ਨੇ ਭਗਵੰਤ ਮਾਨ ਦੇ ਅੱਗੇ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਰੱਖੇ ਨੇ, ਖਾਸ ਕਰ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਜੋ ਮਾਮਲੇ ਸਾਹਮਣੇ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ। ਉਹਨਾਂ ਗੱਲ ਕਰਦੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ ਨੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ, ਪਰ ਇਸ ਦੇ ਨਾਲ ਹੀ ਜਿੱਥੇ ਬਾਕੀ ਕੰਮਾਂ ਦੇ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਦੇ ਹਰੇਕ ਵਰਗ, ਖਾਸ ਕਰਕੇ ਵਪਾਰੀ ਵਰਗ ਤੇ ਕਿਸਾਨ ਵਰਗ ਦੇ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਵਿੱਚ ਕਬੱਡੀ ਖਿਡਾਰੀਆਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਇਹਨਾਂ ਹਮਲਿਆਂ ਦੀ ਨਿੰਦਾ ਵੀ ਕੀਤੀ ਹੈ। ਦੇਖੋ ਜੀ, ਇਹ ਤੁਸੀਂ ਜਿਹੜਾ ਸਵਾਲ ਵੀ ਪੁੱਛਿਆ ਆ ਵੀ ਮੁੱਖ ਮੰਤਰੀ ਸਾਹਿਬ ਬਾਰੇ ਜਾਂ ਨਵੀਂ ਸਰਕਾਰ ਆਈ ਆ, ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਆ। ਜੋ ਪੰਜਾਬੀਆਂ ਨੇ ਆਪਣਾ ਵੋਟ ਦਾ ਹੱਕ ਦਾ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਨਵੀਂ ਸਰਕਾਰ ਚੁਣੀ ਆ। ਮੇਰੇ ਵਰਗੇ ਦਾ ਜਿਹੜਾ ਫਰਜ਼ ਆ ਉੱਥੇ ਐਮਪੀ ਬਤੌਰ ਯੂਕੇ ਦੇ ਵਿੱਚ ਸਲੋ ਹਲਕੇ ਦੇ ਐਮਪੀ ਹੋਣ ਦੇ ਨਾਤੇ, ਜਿੱਥੇ ਪੰਜਾਬੀਆਂ ਦੀ ਸੰਘਣੀ ਆਬਾਦੀ ਆ, ਬਹੁਤ ਸਾਰੇ ਜਿਹੜੇ ਲੋਕ ਨੇ 17% ਲੋਕ ਸਾਡੇ ਸਲੋ ਦੇ ਵਿੱਚ ਵੀ ਇੰਡੀਆ ਦੇ ਨਾਲ ਸੰਬੰਧ ਰੱਖਦੇ ਨੇ। ਇੱਥੋਂ ਦੇ ਉਹਨਾਂ ਦੇ ਬਜ਼ੁਰਗ ਜਾਂ ਇੱਥੋਂ ਹੀ ਉਹ ਇੱਥੋਂ ਦੇ ਜੰਪਲ ਨੇ। ਸੋ ਉਸ ਤੌਰ ਤਰੀਕੇ ਨਾਲ ਅਸੀਂ ਤਾਂ ਚਾਹੂੰਗੇ ਕਿ ਦੇਖੋ ਇੰਡੀਆ ਦੀ ਵੀ ਤਰੱਕੀ ਹੋਵੇ, ਪੰਜਾਬ ਦੀ ਤਰੱਕੀ ਹੋਵੇ। ਇਹ ਜਿਹੜੇ ਅਲੱਗ-ਅਲੱਗ ਮਸਲੇ ਹੁੰਦੇ ਨੇ, ਇੱਥੇ ਪੰਜਾਬੀਆਂ ਨੇ ਆਪਣੀ ਸਰਕਾਰ ਚੁਣਨੀ ਹੈ। ਇਹ ਉਹਨਾਂ ਦੀ ਹਰ ਇੱਕ ਨੇ ਆਪੋ ਆਪਣੀ ਸੋਚ ਦੇ ਮੁਤਾਬਕ। ਮੈਨੂੰ ਪਤਾ ਕਿ ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ 1966 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਹੋਂਦ ਦੇ ਵਿੱਚ ਆਇਆ, ਉਸ ਤੋਂ ਬਾਅਦ ਤਬਦੀਲੀਆਂ ਹੁੰਦੀਆਂ ਰਹੀਆਂ। ਅਲੱਗ-ਅਲੱਗ ਸਰਕਾਰਾਂ ਨੂੰ, ਅਲੱਗ-ਅਲੱਗ ਪਾਰਟੀਆਂ ਨੂੰ ਮੌਕਾ ਮਿਲਦਾ ਰਿਹਾ ਆਪਣੀ ਸਰਕਾਰ ਬਣਾਉਣ ਨੂੰ, ਤੇ ਇਸ ਦਫਾ ਵੀ ਲੋਕਾਂ ਨੇ ਜੋ ਬਦਲਾਅ ਲੈ ਕੇ ਆਂਦਾ ਆ। ਜਿੱਥੋਂ ਤੱਕ ਜਿਹੜਾ ਤੁਹਾਡਾ ਸਵਾਲ ਆ ਕਿ ਮੁਫਤ ਬਿਜਲੀ ਦੇ ਬਾਰੇ, ਇਹ ਵੀ ਮੈਨੂੰ ਪਤਾ ਹੈ ਕਿ ਇੱਥੇ ਇੰਡੀਆ ਦੇ ਵਿੱਚ ਇਹ ਕਾਫੀ ਪ੍ਰਚਲਿਤ ਹੈ ਕਿ ਅਲੱਗ-ਅਲੱਗ ਸ਼੍ਰੇਣੀਆਂ ਨੂੰ, ਚਾਹੇ ਉਹ ਕਿਸਾਨਾਂ ਨੂੰ ਜਾਂ ਹੋਰਨਾਂ ਨੂੰ, ਸਮੇਂ-ਸਮੇਂ 'ਤੇ ਕੁਛ ਨਾ ਕੁਛ ਸਹੂਲਤਾਂ ਦੇਣੀਆਂ। ਕੁਛ ਮੁਫਤ ਬਿਜਲੀ, ਕੁਛ ਕਈ ਵਾਰੀ ਆਟੇ ਦਾਲ ਦੀ ਕੋਈ ਆ ਗਈ ਸਕੀਮ, ਕੁਛ ਕੰਬਲਾਂ ਦੀ ਆ ਗਈ, ਕੁਛ ਕਿਸੇ ਚੀਜ਼ ਦੀ ਆ ਗਈ। ਰਿਆਇਤਾਂ ਹਰ ਇੱਕ ਪਾਰਟੀ ਇੱਥੇ ਦਿੰਦੀ ਹੈ ਜਾਂ ਹਰ ਇੱਕ ਵਰਗ ਨੂੰ, ਜੋ ਉਹ ਅਲੱਗ-ਅਲੱਗ ਤੌਰ ਤਰੀਕੇ ਨਾਲ ਉਹ ਕਰਦੇ ਰਹਿੰਦੇ ਨੇ, ਚਾਹੇ ਉਹ ਵਪਾਰੀਆਂ ਨੂੰ, ਚਾਹੇ ਕਿਸਾਨਾਂ ਨੂੰ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਅਲੱਗ-ਅਲੱਗ ਰਿਆਇਤਾਂ ਜਿਹੜੀਆਂ ਦੇਣੀਆਂ, ਜਿਵੇਂ ਕਿ ਕਿਸਾਨਾਂ ਨੂੰ ਫਾਰਮ ਸਬਸਿਡੀ ਜਿਵੇਂ ਅਸੀਂ ਕਹਿ ਦਿੰਦੇ ਹਾਂ, ਉਹ ਵੀ ਪ੍ਰਕਿਰਿਆ ਉੱਥੇ ਵੀ ਚੱਲਦੀ ਆਈ ਤਾਂ ਇੱਥੇ ਵੀ ਮੈਨੂੰ ਲੱਗਦਾ ਚੱਲਦੀ ਰਹੂਗੀ। ਪਰ ਕਿਉਂ ਇਹ ਜ਼ਰੂਰੀ ਇਸ ਕਰਕੇ ਹੁੰਦਾ ਕਿਉਂਕਿ ਅਲੱਗ-ਅਲੱਗ ਪਾਰਟੀਆਂ ਦੀ ਅਲੱਗ-ਅਲੱਗ ਸੋਚ ਹੁੰਦੀ ਆ, ਉਹਨਾਂ ਦਾ ਅਲੱਗ-ਅਲੱਗ ਵੋਟ ਬੈਂਕ ਹੁੰਦਾ। ਉਹ ਉਸ ਮੁਤਾਬਕ ਉਹਨਾਂ ਲੋਕਾਂ ਨੂੰ ਆਕਰਸ਼ਿਤ ਕਰਨ ਨੂੰ ਕਿ ਉਹਨਾਂ ਨੂੰ ਵੋਟਾਂ ਪਾਉਣ। ਪਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਦੇਖੋ ਹਰ ਵਰਗ ਦੀ ਇੱਥੇ ਤਰੱਕੀ ਹੋਵੇ। ਕਿਸਾਨ ਵੀ ਆਪਣੇ ਆਪ ਨੂੰ ਜੋ ਸਮਝ ਰਹੇ ਨੇ ਇਸ ਵੇਲੇ, ਬਹੁਤ ਸਾਰੇ ਲੋਕਾਂ ਨੂੰ ਮੈਨੂੰ ਲੱਗਦਾ ਦੁੱਖ ਤਕਲੀਫਾਂ 'ਚੋਂ ਗੁਜ਼ਰਨਾ ਪਿਆ। ਜਾਂ ਕਿਸਾਨੀ ਮੋਰਚਾ ਵੀ ਇੱਥੇ ਹੋਇਆ, ਬਹੁਤ ਸਾਰੇ ਵਿਅਕਤੀਆਂ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ। ਇਹ ਪਿਛਲੇ ਕੁਝ ਸਾਲਾਂ 'ਚ ਬਹੁਤ ਸਾਰਿਆਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਆ, ਬਹੁਤ ਸਾਰੇ ਕਰਜ਼ੇ ਥੱਲੇ ਵੀ ਦੱਬੇ ਹੋਏ ਰਹੇ। ਜੋ ਉਹ ਅੰਨਦਾਤਾ ਦਾ, ਉਹਨਾਂ ਦਾ ਵੀ ਖਿਆਲ ਆਪਾਂ ਨੂੰ ਰੱਖਣਾ ਪੈਣਾ। ਪਰ ਇਸ ਦੇ ਨਾਲ ਨਾਲ ਜਿਹੜੇ ਇੱਥੇ ਵਪਾਰੀ ਵੀ ਨੇ, ਜਿਹੜੇ ਸ਼ਹਿਰ ਦੇ ਵਿੱਚ ਵੀ ਜਿਹੜੇ ਕੰਮਕਾਜ ਕਰਦੇ ਨੇ, ਚਾਹੇ ਉਹ ਦਫ਼ਤਰਾਂ ਦੇ ਵਿੱਚ, ਉਹਨਾਂ ਦੀਆਂ ਦੁੱਖ ਤਕਲੀਫਾਂ ਉਹ ਅਲੱਗ ਨੇ। ਉਹਨਾਂ ਨੂੰ ਵੀ ਸਰਕਾਰ ਨੂੰ ਨਾਪਣਾ ਪੈਣਾ ਅਤੇ ਉਸ ਦੇ ਮੁਤਾਬਕ ਉਹਨਾਂ ਨੂੰ ਨੀਤੀਆਂ ਲਿਆਉਣੀਆਂ ਪੈਣੀਆਂ। ਸੋ ਇਹ ਤਾਂ ਸਮਾਂ ਹੀ ਦੱਸ ਸਕਦਾ ਹੈ ਕਿ ਇੱਥੇ ਦੀ ਸਰਕਾਰ ਜਿਹੜੀ ਹੈ ਉਹ ਕਿਸ ਤੌਰ ਤਰੀਕੇ ਨਾਲ ਚੱਲੂਗੀ। ਬਹੁਤ ਸਾਰੇ ਲੋਕਾਂ ਨੂੰ ਉਮੀਦਾਂ ਵੀ ਨੇ, ਆਸਾਂ ਵੀ ਨੇ ਕਿ ਸਰਕਾਰ ਉਹਨਾਂ ਦੇ ਬਾਰੇ ਸੋਚੂਗੀ। ਅਲੱਗ-ਅਲੱਗ ਜਿਹੜੇ ਕਰਮਚਾਰੀ ਨੇ, ਚਾਹੇ ਉਹ ਅਧਿਆਪਕ ਨੇ, ਚਾਹੇ ਉਹ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਨੇ, ਜਾਂ ਕਾਰੋਬਾਰ ਹੈ, ਜਾਂ ਕਿਸਾਨ ਨੇ, ਹਰ ਇੱਕ ਵਰਗ ਦੀਆਂ ਆਸਾਂ ਨੇ। ਸੋ ਇਹ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਉਹ ਕਿਹੜੀਆਂ ਨੀਤੀਆਂ ਲੈ ਕੇ ਆਉਂਦੀ ਹੈ। ਪਰ ਜਿੱਥੇ ਤੱਕ ਸਾਡੇ ਵਰਗਿਆਂ ਦੀ ਗੱਲ ਹੈ, ਅਸੀਂ ਸਰਕਾਰ ਨੂੰ, ਜੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਵੀ ਜੇ ਮੈਂ ਮਿਲਿਆ ਚੰਡੀਗੜ੍ਹ ਉਹਨਾਂ ਦੀ ਰਿਹਾਇਸ਼ 'ਤੇ ਸਥਿਤ, ਮੇਰਾ ਮੁੱਖ ਮੰਤਵ ਵੀ ਇਹੀ ਸੀ ਕਿ ਦੇਖੋ ਉਹਨਾਂ ਨੂੰ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਜੋ ਆਪਣੇ ਬਾਰੇ ਜਾਣਕਾਰੀ ਦੇਣੀ, ਅਤੇ ਇਸ ਦੇ ਨਾਲ ਨਾਲ ਜਾਣਕਾਰੀ ਦੇਣੀ ਕਿ ਜਿਹੜੇ NRIs, ਜਿਹੜੇ ਸਾਡੇ ਨੋਨ ਰੈਜ਼ੀਡੈਂਟ ਇੰਡੀਅਨਸ ਨੇ, ਉਹਨਾਂ ਦੇ ਕਿਹੜੇ-ਕਿਹੜੇ ਮਸਲੇ ਨੇ, ਉਹਨਾਂ ਦੇ ਬਾਰੇ ਵੀ ਸਰਕਾਰ ਗੌਰਤਲਬ ਕਰੇ। ਜਿਵੇਂ ਕਿ ਉੱਥੇ ਜ਼ਮੀਨਾਂ ਦੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਇਹ ਬਹੁਤ ਬੇਹੱਦ ਦੁੱਖ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਕਈ ਅਕਸਰ ਹੜਪ ਹੋ ਜਾਂਦੀਆਂ ਨੇ। ਕਈ ਦਫਾ ਉਹ ਨਿਰਾਸ਼ ਹੁੰਦੇ ਨੇ ਪ੍ਰਸ਼ਾਸਨ ਤੋਂ। ਸੋ ਉਹ ਚਾਹੁੰਦੇ ਨੇ ਇਨਸਾਫ। ਸੋ ਇਹ ਗੱਲ ਵੀ ਅਹਿਮ ਜਿਹੜਾ ਮੁੱਦਾ ਹੈਗਾ NRIs ਲਈ, ਕਿ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ, ਕਿਉਂਕਿ ਇਹਦੇ ਨਾਲ ਸਿਰਫ ਉਹ NRI ਵਿਅਕਤੀ ਦਾ ਘਾਟਾ ਨਹੀਂ ਹੁੰਦਾ, ਮਾਲੀ ਤੌਰ 'ਤੇ ਸਿਰਫ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ, ਇਹਦਾ ਪੰਜਾਬ ਤਾਂ ਇੰਡੀਆ ਦਾ ਵੀ ਹੁੰਦਾ। ਕਿਉਂਕਿ ਇੱਕ ਤਾਂ ਉਹ ਵਿਅਕਤੀ
ਹੱਕ ਹਾਰ ਕੇ ਆਪਣਾ ਚੀਜ਼ਾਂ ਵੇਚ ਕੇ ਤਾਂ ਬਾਹਰ ਚਲ ਜਾਂਦੇ ਨੇ। ਉਹ ਇਹੀ ਕਹਾਣੀ, ਇਹੀ ਕਿੱਸਾ ਹੋਰ 50 ਬੰਦਿਆਂ ਨੂੰ ਦੱਸਦੇ ਆ। ਇਹ ਕਾਰਨ ਬਣ ਗਿਆ ਕਿ ਬਹੁਤ ਸਾਰੇ ਲੋਕੀ ਇੱਥੇ ਫਿਰ ਆਪਣੀਆਂ ਚੀਜ਼ਾਂ ਵੇਚ ਕੇ, ਚਾਹੇ ਉਹ ਘਰ ਆ, ਆਪਣੇ ਜ਼ਮੀਨ ਆ, ਉਹ ਵੇਚ ਕੇ ਤਾਂ ਉੱਧਰ ਨੂੰ ਚੱਲ ਜਾਂਦੇ। ਬਹੁਤ ਸਾਰੇ ਜਿਹੜੇ ਲੋਕ ਇੱਥੇ ਪੂੰਜੀ ਨਿਵੇਸ਼ ਕਰਦੇ ਨੇ, ਚਾਹੇ ਉਹ ਦੁਕਾਨਾਂ ਦੇ ਵਿੱਚ ਜਾਂ ਫੈਕਟਰੀਆਂ ਦੇ ਵਿੱਚ, ਉਹ ਵੀ ਜੇ ਮਹਿਸੂਸ ਕਰਦੇ ਨੇ ਕਿ ਇੱਥੇ ਜੇ ਢਾਂਚਾ ਨਾ ਸਹੀ ਹੋਵੇ ਜਾਂ ਉਹਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ, ਸੋ ਫਿਰ ਉਹ ਆਪਣਾ ਪੂੰਜੀ ਨਿਵੇਸ਼ ਬਾਹਰ ਕੱਢ ਲੈਂਦੇ। ਇਹਦੇ ਨਾਲ ਇੱਥੇ ਦੇ ਅਰਥਸ਼ਾਸਤਰ ਨੂੰ, ਇਕੋਨਮੀ ਨੂੰ ਉਸ ਦਾ ਫਰਕ ਪਊਗਾ। ਸੋ ਇਹ ਗੱਲਾਂ ਵੀ ਬਹੁਤ ਜ਼ਰੂਰੀ ਸੀ। ਇਸ ਦੇ ਨਾਲ ਨਾਲ ਮੈਂ ਉਹਨਾਂ ਨਾਲ ਜਿਹੜੀਆਂ ਸਿੱਧੀਆਂ ਉਡਾਨਾਂ ਬਾਰੇ ਵੀ ਗੱਲ ਕੀਤੀ ਵੀ ਡਾਇਰੈਕਟ ਫਲਾਈਟਸ ਵੱਧ ਤੋਂ ਵੱਧ ਜਿੰਨੀਆਂ ਵੀ ਹੋ ਸਕਣ, ਵੀ ਉੱਥੇ ਪੰਜਾਬੀਆਂ ਦੀ ਮੰਗ ਹੈ, ਬਹੁਤ ਵੱਡੀ ਮੰਗ ਹੈ ਕਿ ਵੱਧ ਤੋਂ ਵੱਧ ਸਿੱਧੀਆਂ ਉਡਾਨਾਂ ਹੋਣ ਇੱਥੇ ਅੰਮ੍ਰਿਤਸਰ ਦੇ ਨਾਲ ਅਤੇ ਚੰਡੀਗੜ੍ਹ ਦੇ ਨਾਲ। ਇਹ ਇੱਕ ਕਿਸਮ ਦਾ ਸਿਰਫ ਸੈਰ ਸਪਾਟੇ ਦੇ ਵਿੱਚ, ਟੂਰਿਜ਼ਮ ਦੇ ਵਿੱਚ ਇਜ਼ਾਫਾ ਇਕੱਲਾ ਉਹਦੇ ਵਿੱਚ ਨਹੀਂ ਹੋਊਗਾ। ਇਹਦੇ ਨਾਲ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਆਪ ਮੰਨਿਆ ਕਿ ਇਹਦੇ ਨਾਲ ਕਾਰਗੋ ਵਧੂਗਾ, ਇੰਪੋਰਟ ਐਕਸਪੋਰਟ ਦਾ ਜਿਹੜਾ ਬਿਜ਼ਨਸ ਆ ਉਹ ਹੋਰ ਵਧੂਗਾ। ਜਿਹੜੇ ਕਿਸਾਨ ਵੀ ਜਿਹੜਾ ਉਤਪਾਦਨ ਕਰਦੇ ਨੇ ਸਬਜ਼ੀਆਂ ਫਲਾਂ ਦਾ, ਉਹ ਵੀ ਹੋਰ ਉਹਨਾਂ ਦੀ ਮਾਰਕੀਟ ਨਵੇਂ ਹੋਊਗੇ, ਕਿਉਂਕਿ ਜਹਾਜ਼ਾਂ ਦੇ ਵਿੱਚ ਸਿਰਫ ਮੁਸਾਫਰਾਂ ਨੇ ਨਹੀਂ ਹੋਣਾ, ਉਹ ਕਾਰਗੋ ਦੇ ਲਈ ਵੀ ਥੱਲੇ ਜਗ੍ਹਾ ਬਣੀ ਹੁੰਦੀ ਆ। ਇਸ ਦੇ ਨਾਲ ਨਾਲ ਉਹ ਇਹ ਵੀ ਮੰਨਦੇ ਨੇ ਕਿ ਜਿਹੜਾ, ਜਿਵੇਂ ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਜਿਵੇਂ ਲੁਧਿਆਣਾ ਹੈਗਾ ਆ, ਇੰਡਸਟਰੀ ਦਾ ਬਹੁਤ ਵੱਡਾ ਗੜ੍ਹ ਆ। ਹੁਣ ਆਪਾਂ ਜਲੰਧਰ ਦੇ ਵਿੱਚ ਬੈਠੇ ਹਾਂ, ਇੱਥੇ ਵੀ ਚਾਹੇ ਸਪੋਰਟਸ ਗੁੱਡਸ, ਹੋਰ ਬਹੁਤ ਸਾਰੀਆਂ ਫੈਕਟਰੀਜ਼ ਇੱਥੇ ਵੀ ਨੇ। ਇਹ ਪੰਜਾਬ ਭਰ ਚੋਂ ਜਿਹੜਾ ਅਲੱਗ-ਅਲੱਗ ਜਦੋਂ ਹੀਲਾ ਵਸੀਲਾ ਬਣ ਜਾਣਾ ਵੀ ਇੱਥੋਂ ਸਿੱਧੀਆਂ ਉਡਾਨਾਂ ਜਾਊਗੀਆਂ, ਜੇ ਇਹ ਚਾਹੁਣ ਤਾਂ ਉਹਦੇ ਨਾਲ ਵਪਾਰ ਵਧੂਗਾ, ਇਹਦੇ ਨਾਲ ਇੱਥੇ ਰੁਜ਼ਗਾਰ ਵਧੂਗਾ, ਲੋਕਾਂ ਦੀ ਆਮਦਨ ਵਧੂਗੀ। ਇਹ ਚੀਜ਼ਾਂ ਵੀ ਬਹੁਤ ਅਹਿਮੀਅਤ ਰੱਖਦੀਆਂ ਨੇ। ਇਹੋ ਜਿਹੇ ਕਈ ਅਲੱਗ-ਅਲੱਗ ਮਸਲੇ ਉਠਾਏ ਸੀ ਉਹਨਾਂ ਦੇ ਨਾਲ। ਦੇਖੋ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਕਸਰ ਇੱਦਾਂ ਹੀ ਹੁੰਦਾ ਆ, ਚਾਹੇ ਉਹ ਸ਼ਰੀਕੇ ਦੇ ਵਿੱਚ, ਚਾਹੇ ਜਿਨ੍ਹਾਂ ਵਿਅਕਤੀਆਂ ਦੇ ਕੋਲ ਉਹ ਘਰ ਜਾਂ ਉਹਨਾਂ ਦੀ ਜ਼ਮੀਨ ਹੁੰਦੀ ਆ, ਉਹ ਕੋਈ ਨਾ ਕੋਈ ਹੋਰ ਉੱਤੇ ਕਬਜ਼ਾ ਕਰ ਜਾਂਦਾ ਆ ਜਾਂ ਹੜਪ ਲੈਂਦੇ ਨੇ। ਇਹਦੇ ਨਾਲ ਉਹਨਾਂ ਨੂੰ ਇੱਥੇ ਕਚਹਿਰੀਆਂ ਦੇ ਵਿੱਚ ਜਿਹੜੇ ਚੱਕਰ ਕੱਟਣੇ ਪੈਂਦੇ ਨੇ। ਲੋਕੀ ਇਸ ਖੱਜਲ ਖੁਆਰੀ ਤੋਂ ਮੁਕਤੀ ਚਾਹੁੰਦੇ ਆ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਮਾਹੌਲ ਇੱਕ ਇਹੋ ਜਿਹਾ ਸਿਰਜਣ ਦੀ ਲੋੜ ਆ ਜਿੱਥੇ ਹਰ ਇੱਕ ਨੂੰ ਆਪਣੀ ਕਮਾਈ ਦਾ, ਜੋ ਉਹਨਾਂ ਨੇ ਚੀਜ਼ਾਂ ਬਣਾਈਆਂ ਹੋਈਆਂ ਨੇ, ਕਿ ਉਹਨਾਂ 'ਤੇ ਧੱਕੇ ਨਾਲ ਹੋਰ ਕੋਈ ਕਬਜ਼ਾ ਨਾ ਕਰੇ। ਇਹਦੇ ਵਿੱਚ ਹੀ ਹਰ ਇੱਕ ਦਾ ਫਾਇਦਾ ਹੈ, ਸਮਾਜ ਦਾ ਫਾਇਦਾ ਹੈ। ਇਹ ਚੀਜ਼ਾਂ ਬਹੁਤ ਅਹਿਮੀਅਤ ਰੱਖਦੀਆਂ ਨੇ। ਅਤੇ ਦੇਖੋ, ਅਲੱਗ-ਅਲੱਗ ਜੋ ਤੁਸੀਂ ਜਿਹੜੀ ਗੱਲ ਪਹਿਲਾਂ ਵੀ ਇਹ ਜਿਹੜੀ ਆਖੀ ਸੀਗੀ, ਹੁਣੀ ਆਖੀ ਆ, ਕੋਈ ਕਈ ਦਫਾ ਇੱਥੇ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਿਸ ਤੋਂ ਬਾਹਰ ਬੈਠੇ ਲੋਕ ਬਹੁਤ ਦੁੱਖ ਤਕਲੀਫ ਉਹਨਾਂ ਨੂੰ ਹੁੰਦੀ ਆ। ਹੁਣ ਅਸੀਂ ਕਬੱਡੀ ਮਾਂ ਖੇਡ, ਕਬੱਡੀ ਜਿਹੜੀ ਪੰਜਾਬੀਆਂ ਦੀ ਆ, ਉਹਦੇ ਨਾਲ ਆਪਾਂ ਸਾਰਿਆਂ ਨੂੰ ਪਿਆਰ ਆ। ਆਪਾਂ ਚਾਹੋਗੇ ਕਿ ਜਿੱਥੇ ਫੁੱਟਬਾਲ ਜਾਂ ਹੋਰ ਖੇਡਾਂ ਦੇ ਵਿੱਚ ਵੀ ਦਿਲਚਸਪੀ ਵਧੇ, ਉੱਥੇ ਕਬੱਡੀ ਵਰਗੀਆਂ ਖੇਡਾਂ ਦੇ ਵਿੱਚ ਵੀ ਲੋਕਾਂ 'ਚ ਹੋਰ ਦਿਲਚਸਪੀ ਹੋਵੇ। ਪਰ ਜਦੋਂ ਇੱਥੇ ਦੇਖਿਆ, ਇੱਥੇ ਸੰਦੀਪ ਨੰਗਲੰਬੀਆਂ ਦਾ ਇੱਥੇ ਜਿਸ ਤਰੀਕੇ ਨਾਲ ਉਹਨਾਂ 'ਤੇ ਹਮਲਾ ਹੋਇਆ, ਹਲਾਕ ਕੀਤਾ ਗਿਆ, ਬਹੁਤ ਦੁੱਖ ਹੋਇਆ। ਬਹੁਤ ਸਾਰੇ ਉੱਥੇ ਬਾਹਰ ਬੈਠੇ ਵਿਅਕਤੀਆਂ ਨੂੰ ਕਈ ਸਮਾਗਮ ਹੋਏ, ਕਈਆਂ ਨੇ ਮੇਰੇ ਤੱਕ ਵੀ ਪਹੁੰਚ ਕੀਤੀ ਕਿ ਤੁਸੀਂ ਇੱਥੇ ਸਰਕਾਰ ਤੱਕ ਵੀ ਗੱਲ ਕਰੋ, ਇੱਥੇ ਪੰਜਾਬ ਆ ਕੇ ਵੀ ਉਹਦੇ ਬਾਰੇ ਗੱਲ ਕਰੋ। ਸੋ ਮੈਂ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦਾ ਕਿ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਲਿਆਂਦਾ ਜਾਵੇ, ਅਤੇ ਜਿਹੜੇ ਉਹ ਨੰਗਲੰਬੀਆਂ ਦਾ ਜਿਹੜਾ ਪਰਿਵਾਰ ਵੀ ਆ, ਉਹਨਾਂ ਨੂੰ ਵੀ ਇਨਸਾਫ ਮਿਲੇ। ਕਿਉਂਕਿ ਜਿਹੜੀਆਂ ਖੇਡਾਂ ਹੁੰਦੀਆਂ ਨੇ, ਇਹਦੇ ਨਾਲ ਤਾਂ ਸਾਫ਼ ਸੁਥਰਾ ਦੇਸ਼ ਬਣਦਾ, ਇਹਦੇ ਨਾਲ ਤਾਂ ਹੋਰ ਸਿਹਤ ਲਈ ਵੀ ਵਧੀਆ, ਦਰਸ਼ਕਾਂ ਲਈ ਵੀ ਵਧੀਆ, ਹਰ ਇੱਕ ਮਨੋਰੰਜਨ ਦਾ ਸਾਧਨ ਵੀ ਆ ਬਹੁਤ ਸਾਰੇ ਵਿਅਕਤੀਆਂ ਨੇ। ਪਰ ਜੇ ਉਹਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਤਾਂ ਉਹਦੇ ਨਾਲ ਸਾਰਿਆਂ 'ਤੇ ਬੁਰਾ ਅਸਰ ਪੈਂਦਾ। ਜੀ ਦੇਖੋ, ਜਿਵੇਂ ਤੁਸੀਂ ਇੱਥੇ ਫਿਕਰਮੰਦ ਹੋ, ਅਸੀਂ ਬਾਹਰ ਵਾਸਤੇ ਜਿਹੜੇ ਪੰਜਾਬੀ ਜਿਹੜੇ NRIs ਨੇ, ਉਹ ਉੱਥੇ ਬਹੁਤ ਸਾਰੇ, ਸਿਰਫ ਇੱਥੇ ਇੰਡੀਆ ਦੇ ਵਿੱਚ ਨਹੀਂ ਚਿੰਤਤ, ਉੱਥੇ ਵੀ ਬਹੁਤ ਫਿਕਰਮੰਦ ਨੇ ਲੋਕ ਕਿ ਜਦੋਂ ਵਾਰਦਾਤਾਂ ਇੱਥੇ ਹੁੰਦੀਆਂ ਜਾਂ ਹੋਰ ਜਿਵੇਂ ਤੁਸੀਂ ਗੱਲ ਆਖੀ ਕਿ ਜਿਹੜੇ ਜੋੜ ਨੇ, ਤਾਰਾਂ ਇਹ ਜੁੜੀਆਂ ਨੇ, ਉਹ ਸਿਰਫ ਇੱਥੇ ਹਮਲਾਵਰ ਇੱਥੇ ਦੇ ਨਹੀਂ ਹੁੰਦੇ। ਕਈ ਦਫਾ ਜੋ ਮੈਨੂੰ ਪਤਾ ਇੱਥੇ ਇਹਦੇ ਬਾਰੇ ਇਨਵੈਸਟੀਗੇਸ਼ਨ ਵੀ ਹੋ ਰਹੀ ਆ। ਇਨਵੈਸਟੀਗੇਸ਼ਨ ਦੇ ਮੁਤਾਬਕ ਜੋ ਚਲੋ ਸਾਰੇ ਤੱਥ ਬਾਹਰ ਆਉਣਗੇ, ਪਰ ਬਹੁਤ ਸਾਰੇ ਲੋਕਾਂ ਨੂੰ ਇਹ ਸ਼ੱਕ ਹੈ ਕਿ ਉੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਕਈ ਵਿਅਕਤੀ ਬੈਠੇ ਨੇ ਵੀ ਉਹ ਇਹਨਾਂ ਵਾਰਦਾਤਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਵੀ ਹਿੱਸਾ ਆ। ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਜਲਦ ਤੋਂ ਜਲਦ ਇਸ 'ਤੇ ਕਾਰਵਾਈ ਹੋਵੇ, ਤਾਂ ਠੋਸ ਕਾਰਵਾਈ ਵੀ ਹੋਣੀ ਚਾਹੀਦੀ ਹੈ। ਕਿਉਂਕਿ ਇਹਦੇ ਨਾਲ ਨਾ ਸਿਰਫ ਆਪਾਂ ਆਪਣੀ ਮਾਂ ਖੇਡ ਕਬੱਡੀ ਬਚਾ ਰਹੇ ਹਾਂ ਜਾਂ ਹੋਰ ਖੇਡਾਂ ਨੂੰ ਬਚਾ ਰਹੇ ਹਾਂ, ਪਰ ਇਸ ਦੇ ਨਾਲ ਲੋਕਾਂ ਨੂੰ ਇਨਸਾਫ ਦੇਣਾ ਵੀ ਬਹੁਤ ਜ਼ਰੂਰੀ ਹੈ। ਤਾਂ ਇੱਥੇ ਜਿਹੜਾ ਅਮਨ ਕਾਨੂੰਨ ਅਤੇ ਜੋ ਸ਼ਾਂਤੀ ਆ, ਉਹ ਬਹਾਲ ਰੱਖਣ ਲਈ ਵੀ ਬਹੁਤ ਜ਼ਰੂਰੀ ਆ ਕਿ ਲੋੜੀਂਦੀ ਕਾਰਵਾਈ ਹੋਵੇ।
ਇਸ ਦੇ ਨਾਲ ਹੀ ਉਹਨਾਂ ਕੁਝ ਦਿਨ ਪਹਿਲਾਂ ਬੀਜੇਪੀ ਦੇ ਇੱਕ ਨੇਤਾ ਦੇ ਵੱਲੋਂ ਉਹਨਾਂ ਤੇ ਲਗਾਏ ਗਏ ਆਰੋਪਾਂ ਦਾ ਖੰਡਨ ਕੀਤਾ ਤੇ ਨਾਲ ਹੀ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਵੀ ਦਿੱਤੀ। ਦੇਖੋ, ਜਿਹੜੇ ਸਮਾਗਮ ਕਰ ਰਹੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਤੋਂ ਵੀ ਮਾਫੀ ਮੰਗਣਾ ਚਾਹੁੰਦਾ ਹਾਂ ਕਿ ਉਹਨਾਂ ਦਾ ਸਮਾਗਮ ਨਹੀਂ ਸਿਰੇ ਚੜ੍ਹ ਪਾਇਆ, ਕਿਉਂਕਿ ਕਿਸੇ ਨਾ ਕਿਸੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ, ਕਿ ਸ਼ਿਕਾਇਤ ਕਰ ਦਿੱਤੀ ਕਿ ਇਹ ਕੁਝ ਜੋ ਐਂਟੀ ਨੈਸ਼ਨਲ ਆ ਜਾਂ ਐਂਟੀ ਇੰਡੀਆ ਆ, ਇਹੋ ਜਿਹੀ ਨਾ ਕੋਈ ਗੱਲ ਹੈਗੀ ਆ। ਇਹ ਤਾਂ ਦੇਖੋ, ਜਦੋਂ ਪਹਿਲਾਂ ਕਿਸਾਨ ਵੀ ਸੀ, ਉਹਨਾਂ ਨੂੰ ਕਈ ਲੋਕ ਕਹਿ ਰਹੇ ਸੀਗੇ ਵੀ ਇਹ ਅੱਤਵਾਦੀ ਆ, ਇਹ ਵੱਖਵਾਦੀ ਆ। ਇੱਦਾਂ ਹੀ ਹੁਣ ਕਈ ਮੇਰੇ ਵਰਗੇ ਤੇ ਵੀ ਇਲਜ਼ਾਮ ਲਾਉਂਦੇ ਸੀਗੇ ਵੀ ਇਹ ਪਤਾ ਨਹੀਂ ਇਹ ਐਂਟੀ ਇੰਡੀਆ ਆ, ਇਹ ਇੱਦਾਂ ਆ ਨਾ। ਕੋਈ ਇਹੋ ਜਿਹੀ ਕੋਈ ਗੱਲ ਹੈਗੀ ਆ। ਕੁਝ ਜਿਹੜੇ ਸ਼ਰਾਰਤੀ ਅਨਸਰ ਇਹੋ ਜਿਹੇ ਵੀ ਹੁੰਦੇ ਨੇ ਕਿ ਝੂਠ ਬਾਰ-ਬਾਰ ਬੋਲਣਾ। ਉਹਨਾਂ ਨੇ ਇਹ ਵੀ ਆਖਿਆ ਕਿ ਦੇਖੋ 2020 ਦੇ ਵਿੱਚ ਲੰਡਨ ਦੇ ਵਿੱਚ ਕੋਈ ਰੈਲੀ ਹੋਈ, ਉਸ ਦੇ ਵਿੱਚ ਇਸ ਵਿਅਕਤੀ ਨੇ ਉੱਥੇ ਜਾ ਕੇ ਕੋਈ ਇੰਡੀਆ ਦੇ ਖਿਲਾਫ ਗੱਲਾਂ ਕੀਤੀਆਂ ਤੇ ਇਹੋ ਜਿਹੀਆਂ ਕਾਰਵਾਈਆਂ ਹੋਈਆਂ। ਨਾ ਹੀ ਕਿਤੇ 2020 ਦੇ ਵਿੱਚ ਨਾ ਮੈਂ ਕਿਸੇ ਰੈਲੀ 'ਚ ਗਿਆ, ਨਾ ਕੋਈ ਐਂਟੀ ਇੰਡੀਆ ਕੋਈ ਭਾਸ਼ਣ ਦਿੱਤਾ। ਸੋ ਇਹਨਾਂ ਲੋਕਾਂ ਤੋਂ ਆਪਾਂ ਨੂੰ ਹਮੇਸ਼ਾ ਜੋ ਜਾਗਰੂਕ ਰਹਿਣਾ ਪਊਗਾ, ਕਿਉਂਕਿ ਇਹੋ ਜਿਹੇ ਲੋਕ ਨੇ ਜਿਹੜੇ ਲੋਕਾਂ ਦੇ ਵਿੱਚ ਨਫ਼ਰਤ ਫੈਲਾਉਂਦੇ ਨੇ। ਜਿਵੇਂ ਪੰਜਾਬੀ ਸਿਆਣੇ ਤਾਂ ਖੁਦ ਆਖਦੇ ਨੇ ਕਿ ਤੁਸੀਂ ਇੱਕ ਤੱਥ ਦੇ ਨਾਲ 40 ਵਿਦਵਾਨਾਂ ਨੂੰ ਮਾਤ ਪਾ ਸਕਦੇ ਆ, ਪਰ ਤੁਸੀਂ 40 ਤੱਥਾਂ ਦੇ ਨਾਲ ਇੱਕ ਮੂਰਖ ਨੂੰ ਨਹੀਂ ਮਾਤ ਪਾ ਸਕਦੇ। ਇਹ ਜਿਹੜੇ ਜਿਨ੍ਹਾਂ ਨੇ ਗਲਤ ਖਬਰਾਂ ਜਾਂ ਦੇਣੀਆਂ ਆ ਜਾਂ ਗਲਤ ਗੱਲਾਂ ਆਖਣੀਆਂ ਨੇ, ਉਹਨਾਂ ਨੇ ਕਿਸੇ ਨੂੰ ਬਦਨਾਮ ਕਰਨ ਨੂੰ, ਉਹਨਾਂ ਦੀ ਸੋਚ ਇਹੋ ਜਿਹੀ ਸੌੜੀ ਸੋਚ ਹੁੰਦੀ ਆ ਕਿ ਉਹਨਾਂ ਨੇ ਬਾਰ-ਬਾਰ ਉਹ ਝੂਠ ਬੋਲੀ ਜਾਣਾ। ਉਹਨਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਵੀ ਸ਼ਾਇਦ ਇਹ ਗੱਲ ਸੱਚ ਮੰਨ ਲੈਣ ਕਿ ਇਹ ਜੇ ਅਸੀਂ ਝੂਠ ਨੂੰ 10 ਵਾਰ ਕਹੋਗੇ ਤਾਂ ਉਹ ਕਿਤੇ ਨਾ ਕਿਤੇ ਬੰਦਾ ਮੰਨ ਲੈਂਦਾ, ਅੱਛਾ ਕਿਤੇ ਨਾ ਕਿਤੇ ਇਹਦੇ ਵਿੱਚ ਸ਼ਾਇਦ ਥੋੜ੍ਹਾ ਬਹੁਤਾ ਸੱਚ ਹੋਵੇ। ਪਰ ਚਾਹੇ ਉਹ ਮੇਰੇ ਵਰਗੇ ਦੇ ਬਾਰੇ ਤੁਹਾਨੂੰ ਤਾਂ ਪਤਾ, ਦਰਸ਼ਕਾਂ ਨੂੰ ਵੀ ਪਤਾ ਹੋਊਗਾ ਕਿ ਹਰ ਚੀਜ਼ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹੈ। ਜੇ ਤੁਸੀਂ @10tesi ਟਵਿੱਟਰ ਪੇਜ 'ਤੇ ਜਾਓਗੇ, ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ, ਜੋ ਯੂਟਿਊਬ ਚੈਨਲ ਹੈ 10tesi MP ਦਾ, ਇਸ ਦੇ ਨਾਲ ਜਿਹੜੀ tstesi.com ਵੈਬਸਾਈਟ ਵੀ ਆ, ਉਹ 'ਤੇ ਤਕਰੀਬਨ ਮੇਰੀਆਂ ਦਰਜਨਾਂ ਨਹੀਂ ਕਈ 100 ਤਕਰੀਰਾਂ, ਜਿਹੜੇ ਭਾਸ਼ਣ ਨੇ ਉਹ 'ਤੇ ਬਕਾਇਦਾ ਦਰਜ ਨੇ। ਕੋਈ ਵੀ ਜਿਹੜੀ ਚੀਜ਼ ਹੈ ਉਹਦੇ ਬਾਰੇ ਪਾਰਦਰਸ਼ਤਾ ਆ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਮੇਰੇ ਲਈ ਜਿਹੜੇ ਕਿਹੜੀਆਂ ਚੀਜ਼ਾਂ ਅਹਿਮ ਨੇ ਤਾਂ ਕਿਹੜੀਆਂ ਚੀਜ਼ਾਂ ਦੇ ਬਾਰੇ ਮੈਂ ਕੀ ਸੋਚ ਰੱਖਦਾ ਹਾਂ। ਸੋ ਇਹੋ ਜਿਹੇ ਵਿਅਕਤੀ ਆਪਣੀ ਕਾਰਵਾਈ ਕਰੂਗੇ, ਪਰ ਮੈਨੂੰ ਬਹੁਤ ਜਿਹੜਾ ਖੁਸ਼ ਵੀ ਹੈ, ਬਹੁਤ ਮੈਂ ਧੰਨਵਾਦ ਵੀ ਕਰਦਾ ਹਾਂ। ਬਹੁਤ ਸਾਰਾ ਮੈਨੂੰ ਪਿਆਰ ਇਸ ਦਫਾ ਮਿਲਿਆ, ਜਿਨ੍ਹਾਂ ਵਿਅਕਤੀਆਂ ਨੇ, ਸੰਸਥਾਵਾਂ ਨੇ ਉਹ ਬਖਸ਼ਿਆ, ਉਹਨਾਂ ਦੇ ਨਾਲ ਮੈਨੂੰ ਰਾਬਤਾ ਕਰਨ ਦਾ ਮੌਕਾ ਮਿਲਿਆ। ਅਗਾਂਹ ਤੋਂ ਵੀ ਪ੍ਰਮਾਤਮਾ ਕਰੇ ਕਿ ਆਪਣੇ ਸਾਰਿਆਂ ਦੇ ਵਿਚਕਾਰ ਇੱਦਾਂ ਹੀ ਅੰਗੜੀਆਂ ਸੰਗੜੀਆਂ ਵੱਧਦੀਆਂ ਰਹਿਣ, ਅਤੇ ਇਸ ਦੇ ਨਾਲ ਜੋ ਅਮਨ ਸ਼ਾਂਤੀ ਦਾ ਮਾਹੌਲ ਇੱਥੇ ਵੀ ਹੈ ਤੇ ਜੋ ਭਾਈਚਾਰਕ ਸਾਂਝ ਆ ਉਹ ਵਧੇ, ਨਾ ਕਿ ਘਟੇ। ਸੋ ਆਪਾਂ ਜਿਹੜੇ ਹਮਖਿਆਲੀ ਲੋਕ ਆ, ਆਪਾਂ ਹਮੇਸ਼ਾ ਇਹੋ ਜਿਹੇ ਕੰਮ ਕਰਨੇ ਨੇ ਜਿਹੜੇ ਲੋਕਾਂ ਨੂੰ ਜੋੜਦੇ ਨੇ, ਨਾ ਕਿ ਜਿਹੜੇ ਲੋਕਾਂ ਨੂੰ ਤੋੜਦੇ ਨੇ। ਤਾਂ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਨੀ ਵੀ ਇਹ ਵੀ ਬੇਹੱਦ ਜ਼ਰੂਰੀ ਹੈ, ਤਾਂ ਕਿ ਆਪਾਂ ਜਿਹੜੇ ਕੋਈ ਵੀ ਵਿਅਕਤੀ ਆ ਉਹ ਨਾ ਸਿਰਫ ਆਪਣੇ ਹੱਕਾਂ ਲਈ ਲੜੇ, ਪਰ ਦੂਜਿਆਂ ਦੇ ਹੱਕਾਂ ਲਈ ਵੀ ਲੜੇ। ਕਿਉਂਕਿ ਜਦੋਂ ਸਾਡੇ 'ਤੇ ਫਿਰ ਵਿਪਤਾ ਪੈਂਦੀ ਆ, ਆਪਾਂ ਵੀ ਆਸ ਰੱਖ ਸਕਦੇ ਹਾਂ ਕਿ ਕੋਈ ਸਾਡੇ ਲਈ ਵੀ ਖੜਾ ਹੋਊਗਾ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री मियां रफीक मोहम्मद। मोबाइल 84 374 94 647 84 374 94 648। बाबा फतेह खान, पंजाब दे नंबर 1 तांत्रिक, बंगाल तो सिद्धि प्राप्त, पक्का कम पक्का हल, 101% गारंटी, अस्टाम पेपर समेत। सब तो पहला कम करन दा वादा, नौकरी, प्रमोशन, कारोबार च परेशानी, घर च झगड़ा, बरकत, औलाद कहने तो बाहर होना, कोर्ट केस, तलाक, प्रॉपर्टी डिस्प्यूट, गुप्त रोग, पुराना दर्द, पति पत्नी चनपन, जादू टोना, लव मैरिज, मोहनी वशीकरण करवाना जा तुड़वाना, सौतन दुश्मन तो छुटकारा सदा लई, रुस्से नूं मनाउणा प्यार मोहब्बत। संपर्क करो बाबा फतेह खान 99 586 35 478।